ਆਂਟੀ ਨੌਜਵਾਨ ਨੂੰ ਤਾਜ਼ਾ ਦੁੱਧ ਪਿਲਾਉਂਦੀ ਸੀ। ਅੱਜ ਕੱਲ ਦੇ ਦੌਰ 'ਚ ਤੁਹਾਨੂੰ ਪਤਾ ਹੈ ਪੈਸੇ ਦੇ ਕੇ ਵੀ ਹਾਲਸ ਦੁੱਧ ਨਹੀਂ ਲੱਭਦਾ। ਆਂਟੀ ਨੌਜਵਾਨ ਨੂੰ ਤਾਜ਼ਾ ਮੱਝ ਦਾ ਚੋ ਕੇ ਮੱਗਾ ਭਰ ਕੇ ਤੇ ਉਹਨੂੰ ਪਿਲਾਉਂਦੀ ਸੀ। ਇਤਨਾ ਉਹਦੇ ਨਾਲ ਪਿਆਰ ਕਰਦੀ ਸੀ। ਆਪੂ ਵੀ ਇਤਨੀ ਸੋਹਣੀ ਸੀ, ਸੂਈ ਸੂਈ ਕੋਟਈ ਤੇ ਛਾਤੀ ਕੱਢ ਕੇ ਟੁਰਦੀ ਸੀ। ਪਤਲੀ ਪਤੰਗਈ ਦੋ ਨੇ ਮੱਝਾਂ ਰੱਖੀਆਂ ਸੀ। ਹਾਲਾਂਕਿ ਅੰਕਲ ਹੋਰੀ ਆਪੂ ਬਾਹਰ ਦੇ ਮੁਲਕ ਹੁੰਦੇ, ਚੰਗੇ ਭਲੇ ਮੋਟੇ ਸੀ, ਸ਼ੂਗਰ ਦੇ ਮਾਰੇ ਸੀ। ਜਿਸਲੇ ਪਾਕਿਸਤਾਨ ਆਉਂਦੇ ਸੀ ਆ ਕੇ ਨੌਜਵਾਨ ਉਹਨੂੰ ਅੱਗੇ ਪਿੱਛੇ ਕਿਰੇ ਖੜਦਾ ਸੀ ਤੇ ਕੋ ਥੋੜੇ ਬਹੁਤ ਪੈਸੇ ਦੇ ਦਿੰਦਾ। ਇਸ ਵਾਰੀ ਤੇ ਅੰਕਲ ਰਿਆਏ ਤੇ ਉਹਦੇ ਵਾਸਤੇ ਡੈਕ ਲੈ ਕੇ ਆਏ। ਉਹ ਜਿਸਲੇ ਘਰ ਲੈ ਕੇ ਗਿਆ ਤੇ ਉਹ ਘਰ ਤੇ ਦੇਖ ਕੇ ਪਰੇਸ਼ਾਨ ਹੋਇਆ। ਕਿਹਾ ਪੁੱਤਰ ਤੇਰੇ ਤੇ ਬੜੇ ਮਿਹਰਬਾਨ ਹੋਏ ਨੇ, ਤੈਨੂੰ ਪੈਸੇ ਵੀ ਦਿੰਦੇ ਨੇ, ਈਦ ਤੇ ਕੱਪੜੇ ਵੀ ਸਵਾ ਕੇ ਦਿੰਦੇ ਨੇ, ਪਰਫਿਊਮਾਂ ਵੀ ਦਿੰਦੇ ਨੇ, ਘੜੀ ਵੀ ਦਿੰਦੇ ਨੇ। ਕੀ ਗੱਲ ਹੈ ਤੂੰ ਕਿਰੇ ਉਹਨਾਂ ਦਾ ਪੁੱਤਰ ਤੇ ਨਹੀਂ ਬਣ ਗਿਆ? ਉਹਨੇ ਕਿਹਾ ਨਹੀਂ ਅੰਮਾ, ਮੈਂ ਜਾ ਕੇ ਕੰਮ ਸ਼ਮ ਕਰਾਨਾ ਤਾਂ ਜਿਹੜਾ ਉਹ ਮੈਨੂੰ ਚੀਜ਼ਾਂ ਦਿੰਦੇ ਨੇ। ਹਾਲਾਂਕਿ ਵੱਡੇ ਭਰਾ ਨੂੰ ਸ਼ੱਕ ਹੋ ਗਿਆ। ਅਸੀਂ ਕਹਿੰਦਾ ਅੰਮਾ ਤੁਸੀਂ ਨੋਟ ਕੀਤਾ ਜਿਸਲੇ ਮੈਂ ਦੁੱਧ ਲੈਣ ਜਾਣਾ ਕਈ ਵਾਰੀ ਉਹ ਕਹਿੰਦੀ ਹੈ ਕਿ ਮੱਝ ਨਹੀਂ ਮਿਲੀ, ਜੇ ਦਿੰਦੀ ਹੈ ਦੁੱਧ ਤੇ ਪਤਲਾ ਪਤੰਗ ਹੁੰਦਾ, ਮੈਂ ਘਰ ਲੈ ਕੇ ਉਹਨੇ ਕਿਹਾ ਪੁੱਤਰ ਨੋਟ ਤੇ ਅਸਾਂ ਬੜਾ ਕੀਤਾ, ਨਿੱਕੇ ਨੂੰ ਦੁੱਧ ਸਹੀ ਲੱਭਦਾ ਲੇਕਿਨ ਸਾਨੂੰ ਤੰਗ ਕਰਦੀ ਹੈ। ਕਹਿੰਦੇ ਮੈਂ ਕੋਈ ਨਹੀਂ ਗੱਲ ਪੁੱਤਰ ਜਾ ਕੇ ਉਹਦੇ ਨਾਲ ਗੱਲ ਕਰਾਂਗੀ। ਜਿਸਲੇ ਉਹਦੇ ਨਾਲ ਜਾ ਕੇ ਗੱਲ ਕੀਤੀ ਉਹਨੂੰ ਆਖਿਆ ਕੀ ਗੱਲ ਹੈ ਨਿੱਕਾ, ਜਿਸ ਟਾਈਮ ਦੁੱਧ ਲੈਣ ਆਉਂਦਾ ਤੂੰ ਬਿਲਕੁਲ ਹਾਲਸ ਦੇਣੀ ਹੈ, ਲੇਕਿਨ ਜਿਸਲੇ ਕੋਈ ਵੱਡਾ ਆਉਂਦਾ ਲੈਣ ਤੇ ਤੂੰ ਜਿਹੜਾ ਪਾਣੀ ਵਾਲਾ ਦੇਣੀ ਹੈ ਜਾਂ ਤੂੰ ਆਖਦੀ ਹੈ ਕਿ ਮੱਝ ਕੋਈ ਨਹੀਂ ਮਿਲੀ। ਉਹਨੇ ਆਖਿਆ ਮੈਂ ਤੁਹਾਡੇ ਨਾਲ ਕਿਹੜਾ ਕੋਈ ਗਲਤ ਬਿਆਨੀ ਕਰਨੀ ਹੈ, ਜਿਸਲੇ ਮੱਝ ਨਹੀਂ ਮਿਲਦੀ ਤੇ ਮੈਂ ਤੁਹਾਨੂੰ ਆਨੀ ਆ ਮੱਝ ਨਹੀਂ ਮਿਲੀ। ਬਲੋ ਚੁੱਪ ਕਰ ਜਾ, ਜ਼ਾਹਿਰੀ ਗੱਲ ਹੈ ਦੁੱਧ ਵੀ ਅੱਜ ਕੱਲ੍ਹ ਲੱਭਣਾ ਜਿਹੜਾ ਬੜਾ ਮੁਸ਼ਕਲ ਹੁੰਦਾ ਉਹਦੇ ਨਿੱਕੇ ਹੀ ਲਗਾ ਜੇ ਕਰੇ। ਇੱਕ ਦੋ ਵਾਰੀ ਵੱਡੇ ਭਰਾ ਨੇ ਕੋਸ਼ਿਸ਼ ਕੀਤੀ ਛਾਪਾ ਮਾਰਨ ਦੀ ਲੇਕਿਨ ਕਾਮਯਾਬ ਨਾ ਹੋ ਸਕਿਆ ਕਿਉਂਕਿ ਉਹ ਮੁੰਡਾ ਜਿਹੜਾ ਹੁਸ਼ਿਆਰ ਚਲਾਕਾ ਤੇ ਆਂਟੀ ਜਿਹੜਾ ਪੂਰੀ ਰਾਤ ਵੀ ਉਹਨੂੰ ਰੱਖਦੀ ਰਹੀ ਹੈ, ਗੋਸ਼ਤ ਰੋਸਟ ਕਰਕੇ ਪੂਰਾ ਇੰਜੋਇਮੈਂਟ ਕਰਕੇ ਤੇ ਫਿਰ ਉਹਨੂੰ ਤੋਰਦੀ ਸੀ। ਉਹ ਬੜਾ ਖੁਸ਼ ਆਇਆ। ਜ਼ਾਹਿਰੀ ਗੱਲ ਹੈ ਮਜ਼ਦੂਰੀ ਤੇ ਕਰਦਾ ਕੋਈ ਨਹੀਂ ਸੀ। ਵੱਡਾ ਭਰਾ ਮਜ਼ਦੂਰੀ ਕਰਦਾ, ਸਵੇਰ ਜਾਂਦਾ ਤੇ ਸ਼ਾਮੀ ਆਉਂਦਾ, ਫਿਰ ਵੀ ਇਤਨੇ ਪੈਸੇ ਨਹੀਂ ਉਹਦੇ ਕੋਲ ਹੁੰਦੇ ਜਿਤਨੇ ਉਹਦੀ ਜੇਬ 'ਚ ਹਰ ਵਕਤ ਹੁੰਦੇ ਸੀ। ਉਹ ਕਹਿੰਦਾ ਕੀ ਗੱਲ ਹੈ ਨਾ ਇਹ ਕੰਮਕਾਜ ਕਰਦਾ, ਹਰ ਵਕਤ ਇਹਦੀ ਜੇਬ 'ਚ ਪੈਸੇ ਹੁੰਦੇ ਨੇ। ਜ਼ਾਹਿਰੀ ਗੱਲ ਹੈ ਆਂਟੀ ਉਹਦੇ ਤੋਂ ਖੁਸ਼ ਬੜੀ ਸੀ, ਬੜਾ ਉਹਦੇ ਨਾਲ ਇੰਜੋਇਮੈਂਟ ਕਰਦੇ ਸੀ। ਹਾਲਾਂਕਿ ਸਾਰੇ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਸੀ ਲੇਕਿਨ ਕੋਈ ਬੰਦਾ ਗੱਲ ਨਹੀਂ ਸੀ ਕਰਦਾ ਕਿਉਂਕਿ ਜ਼ਾਹਿਰੀ ਗੱਲ ਹੈ ਬੰਦੇ ਦੁੱਧ ਲੈਣ ਆਉਂਦੇ, ਨਾਲੇ ਇਹ ਬੜੀ ਜਿਹੜੀ ਹੈ ਜ਼ਬਾਨ ਦੀ ਜਿਹੜੀ ਹੈ ਭੈੜੀ ਸੀ, ਇਹ ਨਾ ਹੋਵੇ ਕਿਸੇ ਨੂੰ ਕੱਚਾ ਹੀ ਖਾ ਜੇ। ਇਸ ਵਾਸਤੇ ਬੰਦੇ ਡਰਦੇ ਸੀ। ਹਰ ਬੰਦੇ ਨੂੰ ਆਪਣੀ ਇੱਜ਼ਤ ਦਾ ਖਿਆਲ ਹੁੰਦਾ ਆ। ਉਹ ਐਸੇ ਨਾ ਵਕਤ ਗੁਜ਼ਰਦਾ ਗਿਆ ਤੇ ਵੱਡੇ ਭਰਾ ਨੇ ਇੱਕ ਦਿਨ ਉਹਨੂੰ ਆਖਿਆ ਕਿ ਖਬਰਦਾਰ ਅੱਜ ਤੋਂ ਬਾਅਦ ਤੂੰ ਉਸ ਗਲੀ ਵੀ ਨਹੀਂ ਜਾਣਾ ਜਿਹੜੀ ਗਲੀ 'ਚ ਉਹ ਰਹਿੰਦੀ ਹੈ। ਉਹਨੇ ਆਖਿਆ ਭਾ ਤੁਸੀਂ ਕੀ ਗੱਲ ਕਰਦੇ ਹੋ? ਮੈਂ ਜਾਣਾ ਅੰਕਲ ਹੋਰੀ ਆਉਂਦੇ ਨੇ, ਉਹਨਾਂ ਦੀ ਖਿਦਮਤ ਵਗੈਰਾ ਕਰਨਾ, ਮੈਨੂੰ ਪੈਸੇ ਦੇ ਦਿੰਦੇ ਨੇ, ਉਹਨਾਂ ਡੈਕ ਮੈਨੂੰ ਦਿੱਤਾ ਹੈ, ਹੁਣ ਤੁਸੀਂ ਕੀ ਚਾਹੁੰਦੇ ਹੋ? ਉਹਨੇ ਅੰਮਾ ਨੂੰ ਆਖਿਆ ਕਿਹਾ ਪੁੱਤਰ ਤੂੰ ਰਹਿਣ ਦੇ, ਜੇ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਤੇ ਹੋਰ ਵੀ ਬੰਦਾ ਤੇ ਕੋਈ ਆ ਕੇ ਗੱਲ ਕਰੇਗਾ। ਹਰ ਵੱਡੇ ਭਰਾ ਨੂੰ ਚੁੱਪ ਕਰਾ ਦਿੱਤਾ ਲੇਕਿਨ ਉਹਦੀ ਜ਼ਨਾਨੀ ਆਪਣੀ ਤੇ ਚੰਗੀ ਭਲੀ ਮੋਟੀ ਸੀ ਤੇ ਫਿਨੀ ਜੀ ਐਸੀ, ਉਹਦਾ ਦਿਲ ਕਰਦਾ ਸੀ ਕਿ ਮੇਰੀ ਗੱਲਬਾਤ ਹੋਵੇ, ਆਂਟੀ ਨਾਲ ਮੈਨੂੰ ਖਵਾਲੇ ਪਿਆਲੇ, ਲੇਕਿਨ ਇਸ ਤਰ੍ਹਾਂ ਦੀ ਗੱਲ ਇਹ ਨਿੱਕਾ ਪਹਿਲੇ ਹੀ ਸੈੱਟ ਹੋਇਆ ਸੀ, ਉਹ ਤੇ ਨਹੀਂ ਨਾ ਕਿਸੇ ਪਾਸੇ ਹੋ ਸਕਦਾ ਆ। ਹਰ ਇਸ ਤਰ੍ਹਾਂ ਹੋਇਆ ਕਿ ਇੱਕ ਦਿਨ ਨੌਜਵਾਨ ਜਿਹੜਾ ਘਰ ਕੱਪੜੇ ਲਾਏ ਤੇ ਭਾਬੀ ਅਕਸਰ ਉਹਨੂੰ ਕੱਪੜੇ ਧੋ ਕੇ ਦਿੰਦੀ ਸੀ। ਜਿਸਲੇ ਕੱਪੜੇ ਧੋਣ ਲੱਗੀ ਤੇ ਉਹਦੀ ਜੇਬ ਚੋਂ ਇੱਕ ਪੁੜੀ ਜੀ ਨਿਕਲੀ। ਜਿਸਲੇ ਪੁੜੀ ਨਿਕਲੀ ਹੈ ਉਹਨੇ ਕੱਢੀ ਤੇ ਤਾਂ ਕੇ ਪਰੇਸ਼ਾਨ ਹੋ ਗਈ, ਪਤਾ ਨਹੀਂ ਕਿਸ ਚੀਜ਼ ਦੀ ਇਹ ਪੁੜੀ ਹੈ। ਉਹਨੇ ਜਾ ਕੇ ਆਪਣੀ ਸੱਸ ਨੂੰ ਦੱਸਿਆ ਕਿ ਅੰਮਾ ਜੀ ਇਹ ਉਹਦੀ ਜੇਬ ਚੋਂ ਪੁੜੀ ਨਿਕਲੀ ਹੈ, ਕਿਸ ਚੀਜ਼ ਦੀ ਪੁੜੀ? ਅੰਮਾ ਨੇ ਵੀ ਹੱਥ 'ਚ ਫੜ ਕੇ ਪੁੱਤਰ ਪਤਾ ਨਹੀਂ ਕੀ ਗੱਲ ਹੈ, ਕੋਈ ਨਸ਼ਾ ਸ਼ੀਸ਼ਾ ਤਾਂ ਨਹੀਂ ਕਰਦਾ, ਐਵੇਂ ਕੋਈ ਨਰਮ ਜੀ ਚੀਜ਼ ਹੈ, ਕੋਈ ਛਾਲੀਆ ਵਗੈਰਾ ਹੋਣਾ? ਉਹਨੇ ਕਿਹਾ ਨਹੀਂ ਅੰਮਾ ਛਾਲੀਆ ਹੁੰਦਾ ਤੇ ਦਾਣੇਦਾਰ ਹੋਵੇ ਯਾਰ, ਇਹ ਬਿਲਕੁਲ ਨਰਮ ਜੀ ਚੀਜ਼ ਹੈ। ਉਹਨੇ ਕਿਹਾ ਪਤਾ ਨਹੀਂ ਪੁੱਤਰ, ਆਪੇ ਇਹਦਾ ਪਿਓ ਆਉਂਦਾ ਤੇ ਤੱਕ ਲੈਂਦਾ, ਉਹਨੂੰ ਪਤਾ ਲੱਗ ਜਾਏਗਾ ਇਹ ਕੀ ਚੀਜ਼ ਹੈ ਤਾਂ ਕਿ ਕਿਰੇ ਨਸ਼ਾ ਨੁਸ਼ਾ ਨਾ ਕਰਦਾ ਹੋਵੇ, ਸਾਨੂੰ ਪਤਾ ਤੇ ਲੱਗ ਜੇ। ਉਹ ਜਿਸਲੇ ਪਿਓ ਆਇਆ ਪਿਓ ਨੂੰ ਵੀ ਕੋਨਾ ਪਤਾ ਲੱਗਾ ਕਿ ਇਸ ਦੇ ਵਿੱਚ ਹੈ ਕੀ ਹੈ। ਉਹਨੇ ਆਖਿਆ ਖੋਲੋ ਇਹਨੂੰ। ਜਿਸਲੇ ਉਹਨੂੰ ਖੋਲਿਆ ਤੇ ਵਿੱਚ ਗੁਬਾਰਾ ਸੀ। ਉਹਨੇ ਕਿਹਾ ਇਹਦੇ ਤੇ ਕੋਈ ਸ਼ੈ ਨਹੀਂ, ਐਵੇਂ ਗੁਬਾਰਾ ਹੈ। ਉਹਨਾਂ ਜਨਾਬ ਨਿੱਕਿਆਂ ਨੂੰ ਦਿੱਤਾ ਤੇ ਨਿੱਕਿਆਂ ਨੇ ਗੁਬਾਰਾ ਚਾੜ ਕੇ ਤੇ ਖੇਡਣਾ ਸ਼ੁਰੂ ਹੋ ਗਏ। ਉਹ ਪੁੜੀ ਚੁੱਕ ਕੇ ਥੱਲੇ ਸਾੜ ਦਿੱਤੀ। ਜਿਸਲੇ ਜਵਾਨ ਵੱਡਾ ਭਰਾ ਘਰ ਵੜਿਆ ਤੇ ਉਹਨੇ ਤੱਕਿਆ ਕਿ ਘਰ 'ਚ ਇਹ PST ਕਰ ਜਾ। ਉਹਨੇ ਆਖਿਆ ਇਹ ਕੀ ਹੈ? ਉਹਨੇ ਆਖਿਆ ਇਹ ਪੁੱਤਰ ਦੀ ਜੇਬ 'ਚੋਂ ਨਿਕਲਿਆ ਤੇ ਤੂੰ ਕਿਉਂ ਆਖਣੇ ਪਏ ਤੇ ਗੁਬਾਰਾ ਹੀ ਸੀ ਵਿੱਚ। ਉਹਨੇ ਆਖਿਆ ਤੁਹਾਨੂੰ ਪਤਾ ਹੈ ਸਹੀ ਹੈ ਕੀ ਚੀਜ਼ ਹੈ? ਉਹਨੇ ਆਖਿਆ ਸਾਨੂੰ ਕੀ ਪਤਾ ਹੋਣਾ ਪਿਆ। ਉਹਨੇ ਕਿਹਾ ਨਿੱਕੇ ਭਰਾ ਨੂੰ ਇੱਧਰ ਜ਼ਰਾ ਸਾਈਡ ਤੇ ਆ ਹਾਂ। ਉਹ ਜਨਾਬ ਉਹਨੂੰ ਕਮਰੇ 'ਚ ਲੈ ਗਿਆ, ਜਾ ਕੇ ਉਹਨੇ ਕੁੱਟਣਾ ਸ਼ੁਰੂ ਕਰ ਦਿੱਤਾ। ਜਿਸਲੇ ਉਹਨੇ ਕੁੱਟਿਆ ਚੰਗਾ ਦਬਾ ਕੇ ਘਰ ਦੇ ਸਾਰੇ ਅੱਗੇ ਪਿੱਛੇ ਹੋ ਗਏ। ਉਹਨੇ ਆਖਿਆ ਕੀ ਗੱਲ ਹੋ ਗਈ ਹੈ, ਕਿਉਂ ਇਹਨੂੰ ਮਾਰਨੇ ਪਿਆ? ਉਹਨੇ ਆਖਿਆ ਮਾਰਨਾ ਪਿਆ ਤੁਹਾਨੂੰ ਪਤਾ ਇਹਨੇ ਕੀ ਹਰਕਤ ਕੀਤੀ ਹੈ? ਉਹਨੇ ਆਖਿਆ ਕੀ ਹਰਕਤ? ਮੈਂ ਤੁਹਾਨੂੰ ਅੱਗੇ ਵੀ ਇਹਦੇ ਬਾਰੇ 'ਚ ਦੱਸਦਾ ਰਿਹਾ ਲੇਕਿਨ ਕਿਸੇ ਬੰਦੇ ਨੇ ਮੇਰੀ ਗੱਲ ਨਾਲ ਗੌਰ ਨਹੀਂ ਕੀਤਾ। ਮੈਂ ਤੁਹਾਨੂੰ ਹਮੇਸ਼ਾ ਕਹਿਣਾ ਕਿ ਗਲਤ ਰਾਹ ਤੇ ਟੁਰੇ ਆ ਤੇ ਲੇਕਿਨ ਤੁਸੀਂ ਸਮਝ ਨਾ। ਆਖਿਆ ਪੁੱਤਰ ਕੀ ਗੱਲ ਹੋ ਗਈ ਹੈ, ਕੀ ਹੈ ਪੁੜੀ ਜੀ ਗੁਬਾਰਾ
ਗੁਬਾਰਾ ਜਿਹਾ ਤੇ ਹੈ ਸੀ। ਉਹਨੇ ਆਖਿਆ ਤੁਹਾਨੂੰ ਨਹੀਂ ਪਤਾ ਹੈ ਗੁਬਾਰਾ ਕਿਸ ਚੀਜ਼ ਵਾਸਤੇ ਇਸਤੇਮਾਲ ਹੁੰਦਾ ਹੈ, ਤੁਸੀਂ ਇਸ ਗੱਲ ਨੂੰ ਨਹੀਂ ਸਮਝਦੇ। ਉਹਨੇ ਇਸ ਥੋੜੀ ਜੀ ਗੱਲ ਉਹਨਾਂ ਨੂੰ ਸਮਝਾਈ ਤੇ ਉਹ ਪਰੇਸ਼ਾਨ ਹੋ ਗਏ। ਉਹਨੇ ਕਿਹਾ ਵਾਕਈ ਮੁੰਡਾ ਤੇ ਸਾਡਾ ਬੜਾ ਖਰਾਬ ਹੋ ਗਿਆ। ਉਹਨਾਂ ਆਖਿਆ ਪੁੱਤਰ ਇਹ ਤੇ ਕੰਮ ਚੰਗਾ ਨਹੀਂ ਹੈ ਜਿਹੜਾ ਤੂੰ ਸ਼ੁਰੂ ਕੀਤੀ ਹੈ। ਫਿਰ ਉਹਨਾਂ ਢੇਰ ਸਮਝਾਇਆ। ਜਿਸ ਵੇਲੇ ਪਤਾ ਲੱਗਾ ਆਂਟੀ ਨੂੰ ਕਿ ਘਰ ਉਹਨਾਂ ਦੇ ਰੋਲਾ ਪੈ ਗਿਆ ਤੇ ਆਂਟੀ ਨੇ ਫਿਰ ਹੋਰ ਜ਼ਿਆਦਾ ਇਹਨਾਂ ਦੇ ਘਰ ਆਉਣਾ ਸ਼ੁਰੂ ਕਰਦਾ। ਉਹਦੀ ਮਾਂ ਨਾਲ ਚੰਗੀ ਭਲੀ ਸੈਟਿੰਗ ਕਰ ਲਈ। ਉਹ ਮਾਂ ਨੇ ਫਿਰ ਮੁੰਡੇ ਦੇ ਨੇ ਇਗਨੋਰ ਕਰ ਦਿੱਤਾ। ਜ਼ਾਹਿਰੀ ਗੱਲ ਹੈ ਆਂਟੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਬਿਮਾਰ ਰਹਿਣ ਲੱਗ ਪਈ ਸੀ ਕਿਉਂਕਿ ਮੁੰਡੇ ਬਗੈਰ ਉਹ ਰਹਿ ਨਹੀਂ ਸੀ ਸਕਦੀ। ਉਹਦੇ ਨਾਲ ਇਤਨਾ ਪਿਆਰ ਕਰਦੀ ਸੀ। ਕੋਈ ਅਰਸਾ ਮਹੀਨਾ ਸਾਰਾ ਤੇ ਮੁੰਡਾ ਜਿਹੜਾ ਉਹ ਦੂਰ ਰਿਹਾ ਉਹਦੇ ਤੋਂ, ਲੇਕਿਨ ਉਹਦੇ ਕੋਲ ਵੀ ਦੂਰ ਨਾ ਰਹਿਣ ਹੋਇਆ। ਜ਼ਾਹਿਰੀ ਗੱਲ ਹੈ ਚੰਗੇ ਭਲੇ ਉਹ ਪੈਸੇ ਦਿੰਦੀ ਸੀ, ਖਵਾਲਦੀ ਪਿਆਲਦੀ ਸੀ, ਰੋਜ਼ਾਨਾ ਤਾਜ਼ਾ ਦੁੱਧ ਉਹਨੂੰ ਪਿਲਾਉਂਦੀ ਸੀ। ਉਹ ਕਿਸ ਤਰ੍ਹਾਂ ਉਹਨੂੰ ਛੱਡ ਸਕਦਾ ਸੀ। ਉਹਨੇ ਆਖਿਆ ਵੱਡਾ ਭਰਾ ਜੋ ਵੀ ਕਰਦਾ ਪਿਆ ਕਰੇ, ਲੇਕਿਨ ਮੈਂ ਉਹਨੂੰ ਨਹੀਂ ਛੱਡਣਾ। ਉਹ ਜਨਾਬ ਲਗਾਤਾਰ ਘਰਦਿਆਂ ਦੇ ਸਾਹਮਣੇ ਲਲਕਰ ਕੇ ਉੱਥੇ ਜਾਣਾ ਸ਼ੁਰੂ ਹੋ ਗਿਆ। ਉਹਨਾਂ ਜਿਸ ਵੇਲੇ ਪਤਾ ਲੱਗਾ ਉਹਨਾਂ ਆਖਿਆ ਗੱਲ ਸੁਣੋ ਮੇਰੀ, ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਘਰ 'ਚ ਰਵਾਂ ਤੇ ਮੈਨੂੰ ਤੁਸੀਂ ਮਨਾ ਨਹੀਂ ਕਰਨਾ, ਮੈਂ ਜਿੱਧਰ ਮਰਜ਼ੀ ਜਾਵਾਂ। ਤੁਸੀਂ ਮੈਨੂੰ ਖਰਚਾ ਨਾ ਦਿਆ ਕਰੋ, ਖਾਣ ਪੀਣ ਦਾ ਨਾ ਦਿਆ ਕਰੋ, ਤੁਹਾਡੀ ਮਰਜ਼ੀ ਹੈ, ਲੇਕਿਨ ਮੈਂ ਜਿੱਧਰ ਮਰਜ਼ੀ ਜਾ ਤੁਸੀਂ ਮੈਨੂੰ ਮਨਾ ਨਹੀਂ ਕਰਨਾ। ਉਹ ਘਰ ਦੇ ਸਾਰੇ ਬੇਬਸ ਹੋ ਗਏ। ਉਹਨਾਂ ਆਖਿਆ ਪੁੱਤਰ ਛੱਡ ਦੇ, ਕਿਰੇ ਘਰ ਹੀ ਛੱਡ ਕੇ ਨਾ ਟੁਰ ਜੇ। ਉਹ ਜਨਾਬ ਘਰਦਿਆਂ ਨੂੰ ਸਾਰਿਆਂ ਨੂੰ ਪਤਾ ਸੀ, ਫੇਰ ਵੀ ਉਹ ਜਿਹੜਾ ਉੱਥੇ ਜਾਂਦਾ ਰਿਹਾ ਆਂਟੀ ਕੋਲ। ਆਂਟੀ ਜਿਹੜੀ ਹੈ ਬੜੀ ਉਹਦੀ ਖਿਦਮਤ ਕਰਦੀ ਸੀ, ਬੜਾ ਇੰਜੋਇਮੈਂਟ ਕਰਦਾ ਰਿਹਾ। ਉਹਨਾਂ ਇਹ ਸੋਚਿਆ ਕਿ ਕਿਉਂ ਨਾ ਅਸੀਂ ਦੀ ਸ਼ਾਦੀ ਕਰ ਦਈਏ। ਉਹ ਜਿਸ ਵੇਲੇ ਸ਼ਾਦੀ ਦਾ ਸੋਚਿਆ ਤੇ ਆਂਟੀ ਨੇ ਰੋਲਾ ਪਾ ਦਿੱਤਾ। ਉਹਨੇ ਆਖਿਆ ਤੂੰ ਸ਼ਾਦੀ ਕੀਤੀ ਤੇ ਮੈਂ ਜ਼ਹਿਰ ਖਾ ਕੇ ਮਰ ਜਾਵਾਂਗੀ। ਉਹਨੇ ਆਖਿਆ ਮੈਂ ਸ਼ਾਦੀ ਨਹੀਂ ਕਰਦਾ, ਲੇਕਿਨ ਖੈਰ ਉਹਨੇ ਚੋਰੀ ਛੁਪੇ ਜਾ ਕੇ ਨਿਕਾਹ ਕਰ ਲਿਆ। ਤੇ ਜਿਸ ਵੇਲੇ ਜ਼ਨਾਨੀ ਘਰ ਲਿਆਂਦੀ ਉਹਨੂੰ ਪਤਾ ਲੱਗਾ। ਉਹਨੇ ਆਖਿਆ ਜੋ ਮਰਦੀ ਤੂੰ ਜ਼ਨਾਨੀ ਤੇ ਲੈ ਆਂਦੀ ਹੈ, ਲੇਕਿਨ ਮੈਨੂੰ ਤੂੰ ਨਹੀਂ ਛੱਡਣਾ, ਜੇ ਤੂੰ ਮੈਨੂੰ ਛੱਡਿਆ ਤੇ ਮੈਂ ਮਰ ਜਾਵਾਂਗੀ। ਉਹਨੇ ਆਖਿਆ ਤੈਨੂੰ ਮੈਂ ਕਦੇ ਵੀ ਨਹੀਂ ਛੱਡਾਂਗਾ। ਖੈਰ ਸਾਲ ਸਾਰਾ ਜਿਹੜਾ ਉਸੇ ਆਂਟੀ ਨਾਲ ਉਹਦਾ ਚੱਕਰ ਤੇ ਚੱਲਦਾ ਰਿਹਾ। ਆਸਤਾ ਉਹ ਆਪਣੀ ਜ਼ਨਾਨੀ ਨਾਲ ਵੀ ਥੋੜਾ ਬਹੁਤ ਹੋ ਗਿਆ ਸੀ। ਜ਼ਨਾਨੀ ਨੂੰ ਸਮਝ ਆ ਗਈ ਸੀ। ਸੱਸ ਨੇ ਸਾਰੀ ਗੱਲ ਦੱਸੀ ਸੀ ਕਿ ਪੁੱਤਰ ਹੈ ਜਿਹੜਾ ਸਾਡੇ ਤੂੰ ਬਾਹਰ ਹੋਇਆ ਤੂੰ ਇਹਨੂੰ ਕੰਟਰੋਲ ਕਰਨਾ ਹੈ। ਉਹਨੇ ਕੰਟਰੋਲ ਕਰਨਾ ਸ਼ੁਰੂ ਕੀਤਾ, ਇਹਨੂੰ ਪਿਆਰ ਕਰਨਾ ਸ਼ੁਰੂ ਕੀਤਾ। ਇਹਦੇ ਘਰ ਬੱਚਾ ਹੋਇਆ ਤੇ ਆਸਤਾ ਦਾ ਰੁਝਾਨ ਜਿਹੜਾ ਆਂਟੀ ਵੱਲੋਂ ਘਟਣਾ ਸ਼ੁਰੂ ਹੋ ਗਿਆ। ਲੇਕਿਨ ਆਂਟੀ ਜਿਹੜੀ ਉਹ ਆਸਤਾ ਮਦਮ ਪੈਣਾ ਸ਼ੁਰੂ ਹੋ ਗਈ, ਮੁਰਝਾਣ ਲੱਗ ਪਈ। ਜ਼ਾਹਿਰੀ ਗੱਲ ਹੈ ਜਵਾਨ ਮੁੰਡੇ ਨਾਲ ਉਹਦੀ ਦੋਸਤੀ ਸੀ, ਪੂਰਾ ਪਿਆਰ ਲੱਭਦਾ ਆ ਉਹਨੂੰ। ਲੇਕਿਨ ਜਿਸ ਵੇਲੇ ਅੰਕਲ ਹੋਰੀ ਆਪੂ ਵੀ ਪੱਕੇ ਘਰ ਆ ਗਏ ਸੀ, ਉਹਨਾਂ ਵੀ ਨਾਲ ਹੋ ਕੇ ਮੱਝ ਦਾ ਅੱਗੇ ਪਿੱਛੇ ਤੱਕਣਾ ਤੇ ਆਂਟੀ ਜਿਹੜੀ ਆ ਉਹ ਜੋਸ਼ ਨਹੀਂ ਸੀ ਰਿਹਾ। ਉਹਦੇ ਜਿਹੜਾ ਪਹਿਲਾ ਜੋਸ਼ ਹੈ ਨੌਜਵਾਨ ਨੇ ਉਹਨੂੰ ਹੱਥ ਬੰਨ ਕੇ ਤੇ ਸੈਡੇ ਹੋ ਗਿਆ, ਆਪਣੀ ਜ਼ਨਾਨੀ ਨਾਲ ਲੱਗ ਗਿਆ। ਲੇਕਿਨ ਆਂਟੀ ਵਿਚਾਰੀ ਫਿਰ ਜਿਹੜੀ ਆ ਉਹ ਕੱਲੀ ਉਦਾਸ ਰਹਿਣ ਲੱਗ ਪਈ ਅੰਕਲ ਨਾਲ। ਫਿਰ ਜਿਹੜਾ ਉਹਦੀ ਇਕੱਠੀ ਦੋਸਤੀ ਨਹੀਂ ਹੋ ਸਕੀ ਕਿਉਂਕਿ ਪਹਿਲਾਂ ਤਾਂ ਨੌਜਵਾਨ ਨੇ ਮੌਜ ਕੀਤੀ ਹੈ, ਲੇਕਿਨ ਉਸ ਤੋਂ ਬਾਅਦ ਉਹਨੂੰ ਮੌਜ ਨਹੀਂ ਮਿਲੀ। ਬਾਕੀ ਇਹ ਹੈ ਕਿ ਇਸ ਤਰ੍ਹਾਂ ਦੀਆਂ ਗੱਲਾਂ ਤੇ ਹੁੰਦੀਆਂ ਮਾੜੀਆਂ ਨੇ, ਲੇਕਿਨ ਮੈਂ ਕੀ ਕਰਾਂ, ਫਿਰ ਤੁਹਾਡੇ ਤੱਕ ਸਟੋਰੀ ਤੇ ਪਹੁੰਚਾਣੀ ਹੁੰਦੀ ਹੈ। ਤੁਸੀਂ ਸਟੋਰੀ ਨਾ ਸੁਣੋ ਤੇ ਤੁਹਾਨੂੰ ਮਜ਼ਾ ਨਹੀਂ ਆਉਂਦਾ। ਬਾਕੀ ਅਗਰ ਇਹ ਕਿ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗੇ ਤੇ ਕੋਸ਼ਿਸ਼ ਕਰਿਆ ਕਰੋ, ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ। ਬਾਕੀ ਦੁਆਵਾਂ 'ਚ ਯਾਦ ਰੱਖਿਆ ਕਰੋ, ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਅੱਲਾ ਹਾਫਿਜ਼।